ਵੈਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਜੁੜੇ ਹੋਏ ਹੋ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 25 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਆ। ਐਤਵਾਰ ਰਾਤ ਦੀ ਜਿਹੜੀ ਐਤਵਾਰ ਨੂੰ ਰਾਤ ਹੋਣੀ ਆ ਤੇ ਸੋਮਵਾਰ ਸਵੇਰੇ ਤੱਕ। ਹੁਣ ਅੱਜ ਦੇਖੋ ਕਿੰਨੀ ਗਰਮੀ ਆ ਬੇ ਏਰੀਏ ਦੇ ਵਿੱਚ। ਪਿਛਲੇ 2-3 ਦਿਨਾਂ ਤੋਂ ਕਾਫੀ ਗਰਮੀ ਸੀ, ਪਰ ਇੱਕ ਵੱਡਾ ਸਟਾਰਮ ਬੇ ਏਰੀਏ ਦੇ ਵਿੱਚ ਆ ਰਿਹਾ ਆ। ਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਐਕਸਪਰਟ ਇਹ ਕਹਿ ਰਹੇ ਆ ਵੀ ਇਸ ਵਾਰ ਜਿਹੜਾ ਫਾਇਰ ਸੀਜ਼ਨ ਆ ਉਹ ਮਈ ਮਹੀਨੇ 'ਚ ਸ਼ੁਰੂ ਹੋ ਜਾਣਾ ਆ। ਇਹਦਾ ਕਾਰਨ ਇਹ ਆ ਵੀ ਡਰਾਊਟ ਬਹੁਤ ਜ਼ਿਆਦਾ ਆ ਤੇ ਹੀਟ ਵੇਵਸ ਬਹੁਤ ਜ਼ਿਆਦਾ। ਯੂਜ਼ਲੀ ਕੀ ਹੁੰਦਾ ਆ ਵੀ ਨੋਰਮਲੀ ਜਿਹੜਾ ਫਾਇਰ ਸੀਜ਼ਨ ਆ ਉਹ ਜੂਨ ਮਹੀਨੇ ਦੇ ਵਿੱਚ ਸਟਾਰਟ ਹੁੰਦਾ ਆ, ਪਰ ਕਿਉਂਕਿ ਹੀਟ ਵੇਵਸ ਤੇ ਗਰਮੀ ਬਹੁਤ ਜ਼ਿਆਦਾ ਹੋਈ ਆ, ਇਹਦੇ ਨਾਲ ਇਹ ਮਈ ਮਹੀਨੇ ਦੇ ਵਿੱਚ ਸ਼ੁਰੂ ਹੋ ਸਕਦਾ ਹੈ। ਜੀ ਜੀ, ਸੋ ਡਰਾਊਟ ਦੇ ਕਰਕੇ ਤੀਜਾ ਸਾਲ ਲਗਾਤਾਰ ਸੋਕੇ ਦਾ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਸੋ ਉਹਦੇ ਕਰਕੇ ਇਹ ਡਰਾਊਟ ਆ ਤੇ ਸਾਰੀਆਂ ਚੀਜ਼ਾਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਤੇ ਦੀ ਜਿਹੜੀ ਵਾਈਫ ਆ ਉਹਨਾਂ ਦੇ ਵਿਚਾਲੇ ਤੇ ਮਾਰਕ ਮੈਡੋਜ਼ ਰਾਸ਼ਟਰਪਤੀ ਟਰੰਪ ਦੇ ਜਿਹੜੇ ਰਹੇ ਨੇ ਚੀਫ ਆਫ ਸਟਾਫ, ਉਹਨਾਂ ਦੇ ਦਰਮਿਆਨ ਟੈਕਸਟ ਮੈਸੇजेस ਖਾਸ ਕਰਕੇ 2020 ਦੇ ਇਲੈਕਸ਼ਨ ਨੂੰ ਓਵਰਟਰਨ ਨੂੰ ਲੈ ਕੇ ਉਹ ਇਸ ਟਾਈਮ ਮਸਲਾ ਕਾਫੀ ਭਖਿਆ ਹੋਇਆ ਆ। ਇਸ ਮਾਮਲੇ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਹੁਣ ਕਲੈਰੈਂਸ ਥਾਮਸ ਦੀ ਪਿੱਠ ਪਿੱਛੇ ਜਿਹੜੇ ਉਹ ਆ ਗਏ ਨੇ। ਉਹਨਾਂ ਨੇ ਕਿਹਾ ਵੀ ਜਿਹੜੀ ਐਥਿਕਸ ਦੀ ਸਕਰੂਟਨੀ ਚੱਲ ਰਹੀ ਆ, ਉਹਨਾਂ ਨੂੰ ਜਿਹੜੇ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਵੀ ਤੁਸੀਂ ਰਿਕਿਊਜ਼ ਕਰ ਲਓ ਆਪਣੇ ਆਪ ਨੂੰ ਜੇ ਇੱਦਾਂ ਦੇ ਕੋਈ ਕੇਸ ਆਉਂਦੇ ਆ। ਉਸ ਦੇ ਬਾਬਤ ਜਿਹੜੇ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮੈਕੋਨਲ ਆ ਤੇ ਹਾਊਸ ਦੇ ਮਾਈਨੋਰਟੀ ਲੀਡਰ ਕੈਵਿਨ ਮਕਾਰਥੀ, ਉਹਨਾਂ ਨੇ ਕਿਹਾ ਵੀ ਸਾਡੀ ਪੂਰੀ ਸਪੋਰਟ ਆ ਜਸਟਿਸ ਕਲੈਰੈਂਸ ਥਾਮਸ ਦੀ ਪਿੱਠ ਦੇ ਪਿੱਛੇ। ਇਹ ਹੁਣ ਉਹੀ ਲੀਡਰ ਨੇ ਜਦੋਂ ਹੰਟਰ ਬਾਈਡਨ ਦੇ ਜਿਹੜੇ ਇੱਕ ਲੈਪਟਾਪ ਦਾ ਜਿਹੜਾ ਮਾਮਲਾ ਆ ਉਹ ਬੜਾ ਉੱਭਰਿਆ ਸੀ ਤਾਂ ਉਦੋਂ ਕਹਿੰਦੇ ਸੀਗੇ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ ਉਹ ਪਿੱਛੇ ਹਟ ਜਾਣਾ ਚਾਹੀਦਾ ਆ। ਸੋ ਦੋਨੋਂ ਹੀ ਪਾਰਟੀਆਂ ਜਦੋਂ ਉਹਨਾਂ ਦੇ ਜਿਹੜੇ ਕਹਿ ਲਓ ਵੀ ਚਹੇਤੇ ਦੀ ਕਿਸੇ ਦੀ ਵੀ ਉਸ ਦੇ ਖਿਲਾਫ ਵਾਲੀ ਗੱਲ ਆਉਂਦੀ ਆ ਤਾਂ ਉਹ ਇੱਕ ਦੂਜੇ ਨੂੰ ਜਿਹੜੀ ਕੋਸਦੇ ਆ, ਪਰ ਕਿਤੇ ਨਾ ਕਿਤੇ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਲੀਡਰਸ ਆ ਜਾਂ ਉਹਨਾਂ ਦੇ ਕਹਿ ਸਕਦੇ ਵੀ ਲਾਅ ਮੇਕਰਸ ਆ ਉਹ ਇੱਦਾਂ ਹੀ ਕਰਦੇ ਨਜ਼ਰ ਆਉਂਦੇ ਹੈਗੇ। ਹੁਣ ਇਹ ਗੱਲ ਮਸਲਾ ਹੋਰ ਕਿੰਨਾ ਕੁ ਜ਼ਿਆਦਾ ਅੱਗੇ ਤੂਲ ਫੜੇਗਾ ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੇ ਵਾਰ ਦੇ ਸੰਬੰਧ ਦੇ ਵਿੱਚ ਅੱਜ ਇੱਕ US ਦੇ ਰਿਟਾਇਰਡ ਜਨਰਲ ਨੇ ਇਹ ਕਿਹਾ ਆ ਵੀ ਜਿਹੜਾ ਪੁਟਿਨ ਆ ਰਸ਼ੀਆ ਦਾ ਬਹੁਤ ਜਲਦੀ ਉਹ ਲੜਾਈ ਨੂੰ ਖਤਮ ਕਰ ਦਊਗਾ, ਸਟਾਪ ਕਰ ਦਊਗਾ। ਕਹਿੰਦੇ ਵੀ ਇਹ ਕੋਈ ਉਹਦੀ ਦਿਲੀ ਇੱਛਾ ਨਹੀਂ, ਪਰ ਉਹਦੇ ਕੋਲ ਚੁਆਇਸ ਕੋਈ ਨਹੀਂ। ਕਿਉਂਕਿ ਪਿਛਲੇ 1 ਮਹੀਨੇ ਦੇ ਦੌਰਾਨ ਯੂਕਰੇਨ ਦੇ ਜਿਹੜੇ ਫੌਜੀ ਆ ਜਾਂ ਸਿਵਲੀਅਨਸ ਆ ਉਹਨੀ ਇੰਨੀ ਟੱਕਰ ਦਿੱਤੀ ਆ ਰਸ਼ੀਅਨ ਫੋਰਸਿਸ ਨੂੰ, ਉਹਨਾਂ ਨੂੰ ਚੇਤੇ ਵੀ ਨਹੀਂ ਸੀ ਪਈ ਯੂਕਰੇਨ ਵਾਲੇ ਇੰਨੀ ਸਾਨੂੰ ਟੱਕਰ ਦੇਣਗੇ। ਰਿਟਾਇਰਡ US ਆਰਮੀ ਬ੍ਰਿਗੇਡੀਅਰ ਜਨਰਲ ਕੈਬਨ ਰਾਇਨ ਉਹਨਾਂ ਨੇ ਇਹ ਕਿਹਾ ਵੀ ਮੋਸਟ ਲਾਈਕਲੀ ਸਿਨੈਰੀਓ ਇਹੀ ਆ ਪਈ ਪੁਟਿਨ ਆਪਣੇ ਜੋ ਉਹਦੀ ਜੋ ਅਕੰਪਲਿਸ਼ ਕਰਨਾ ਚਾਹੁੰਦਾ ਸੀ ਉਹਦੇ ਵਿੱਚ ਉਹ ਫੇਲ ਹੋ ਗਿਆ ਹੈਗਾ ਆ।
ਸੋ ਅਲਟੀਮੇਟਲੀ ਕਹਿੰਦੇ ਭਈ ਹੁਣ ਆਉਣ ਵਾਲੇ ਕੁਝ ਦਿਨਾਂ 'ਚ ਬਹੁਤ ਜ਼ਿਆਦਾ ਡਿਸਕ੍ਰਿਮੀਨੇਟਲੀ ਫਾਇਰਿੰਗ ਕਰ ਸਕਦੇ ਆ ਸਿਵਿਲੀਅਨਸ ਦੇ ਉੱਤੇ, ਜਾਂ ਹੋਰ ਕੱਲ ਵੀ ਖਬਰ ਆਈ ਸੀ ਇੱਕ ਜਗ੍ਹਾ 300 ਸਿਵਿਲੀਅਨਸ ਨੂੰ ਮਾਰ ਦਿੱਤਾ ਗਿਆ ਹੈਗਾ। ਸੋ ਅਲਟੀਮੇਟਲੀ ਪੁਟਿਨ ਨੂੰ ਇਹ ਜੰਗ ਰੋਕਣੀ ਪਊਗੀ, ਕਿਉਂਕਿ ਜੋ ਯੂਕਰੇਨ ਨੇ ਆਪਣੀ ਤਾਕਤ ਉੱਥੇ ਦੇ ਲੋਕਾਂ ਨੇ ਦਿਖਾਈ ਹੈਗੀ ਆ, ਤੇ ਰਸ਼ੀਆ ਨੂੰ ਕਾਫੀ ਘਾਟਾ ਪਿਆ ਉਹਨਾਂ ਦੇ ਫੌਜੀਆਂ ਦੇ ਵਿੱਚ। 24 ਫਰਵਰੀ ਨੂੰ ਰਸ਼ੀਅਨ ਫੌਜਾਂ ਯੂਕਰੇਨ ਦੇ ਵਿੱਚ ਐਂਟਰ ਹੋਈਆਂ ਸੀਆਂ, ਅੱਜ ਮਾਰਚ 25 ਹੋ ਗਈ ਆ, ਸੋ ਮਹੀਨੇ ਤੋਂ ਵੱਧ ਹੋ ਗਿਆ। ਈਸਟਰਨ ਯੂਰਪੀਅਨ ਦੀ ਜਿਹੜੀ ਇਹ ਕੰਟਰੀ ਹੈਗੀ ਆ, ਉੱਥੇ ਸਿਵਲੀਅਨ ਟਾਰਗੇਟ ਕੀਤੇ ਗਏ ਰਸ਼ੀਅਨ ਫੌਜਾਂ ਵੱਲੋਂ, ਰੈਜ਼ੀਡੈਂਸ਼ੀਅਲ ਬਿਲਡਿੰਗਸ ਟਾਰਗੇਟ ਕੀਤੀਆਂ ਗਈਆਂ, ਹਸਪਤਾਲ, ਸਕੂਲ, ਥੀਏਟਰ, ਸਾਰਾ ਕੁਝ। ਸੋ ਜੀ ਜਨਰਲ ਰਾਇਨ ਹੁਣ ਅੱਜ ਕੱਲ੍ਹ ਸੀਨੀਅਰ ਫੈਲੋ ਹੈਗੇ ਹਾਰਵਰਡ ਵੈਲਫੇਅਰ ਸੈਂਟਰ ਫॉर ਸਾਇੰਸ ਤੇ ਇੰਟਰਨੈਸ਼ਨਲ ਅਫੇਅਰਸ ਦੇ, ਤੇ ਇਹ ਉਹਨਾਂ ਨੇ ਜਿਹੜੀ ਆ ਭਵਿੱਖਬਾਣੀ ਕੀਤੀ ਹੈਗੀ ਆ ਰਸ਼ੀਆ ਦੇ ਸੰਬੰਧ ਦੇ ਵਿੱਚ। ਜੀ ਜੀ ਉਧਰ ਰਾਸ਼ਟਰਪਤੀ ਬਾਈਡਨ ਆ ਉਹ ਪਹੁੰਚ ਚੁੱਕੇ ਨੇ ਪੋਲੈਂਡ ਦੇ ਵਿੱਚ। ਉਹਨਾਂ ਪੋਲੈਂਡ ਦੇ ਜਿਹੜੇ ਰਾਸ਼ਟਰਪਤੀ ਐਂਦਰੇਜ਼ ਡੂਡਾ, ਉਹਨਾਂ ਨੇ ਧੰਨਵਾਦ ਕੀਤਾ ਹੈ ਰਾਸ਼ਟਰਪਤੀ ਦੇ ਉੱਥੇ ਆਉਣ ਦਾ, ਤੇ ਉਹਨਾਂ ਨੂੰ ਆਲਰੇਡੀ ਮੁਲਾਕਾਤ ਕੀਤੀ ਹੈਗੀ ਆ। ਬਾਈਡਨ ਹੁਣਾਂ ਨੇ ਆਪਣੀ ਉੱਥੇ ਗੱਲਬਾਤ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਆ ਵੀ ਅਸੀਂ ਜਿਹੜੇ ਸੈਂਕਸ਼ਨਸ ਆ ਉਹ ਇਸੇ ਤਰੀਕੇ ਨਾਲ ਬਰਕਰਾਰ ਰੱਖਾਂਗੇ। ਉਹਨਾਂ ਨੇ ਕਿਹਾ ਵੀ ਜਿਹੜੀ ਨਾਟੋ ਲੀਡਰਸ ਦੇ ਨਾਲ ਜਿਹੜੀ ਮੀਟਿੰਗ ਸੱਦੀ ਗਈ ਆ, ਉਸ ਦਾ ਮਕਸਦ ਇਹ ਆ ਵੀ ਇਹ ਮੇਕ ਸ਼ੋਰ ਕਰਨਾ ਵੀ ਅਸੀਂ ਇਸ ਨੂੰ ਸਸਟੇਨ ਕਰਕੇ ਰੱਖੀਏ, ਤੇ ਇਹ ਜਿਹੜਾ ਦਬਾਅ ਆ ਉਹ ਪੁਤਿਨ ਦੇ ਉੱਤੇ ਪਾ ਕੇ ਰੱਖੀਏ। ਅਗਲੇ ਮਹੀਨੇ ਵੀ ਇਹੀ ਜਿਹੜਾ ਹੈ ਸਾਡਾ ਰਵੱਈਆ ਰਵੇ, ਉਸ ਤੋਂ ਅਗਲੇ ਮਹੀਨੇ ਵੀ, ਤੇ ਪੂਰੇ ਸਾਲ ਤੱਕ ਇੱਦਾਂ ਹੀ ਉਸ ਦੇ ਉੱਤੇ ਦਬਾਅ ਪਾ ਕੇ ਰੱਖੀਏ। ਇਹੀ ਚੀਜ਼ ਜਿਹੜੀ ਆ ਉਸ ਨੂੰ ਰੋਕੇਗੀ। ਉਹਨਾਂ ਨੇ ਕਿਹਾ ਵੀ ਸੈਂਕਸ਼ਨਸ ਅਜਿਹੇ ਲੋਕਾਂ ਨੂੰ ਡੈਟਰ ਨਹੀਂ ਕਰਦੀਆਂ, ਰੋਕਦੀਆਂ ਨਹੀਂ ਹੁੰਦੀਆਂ, ਪਰ ਆਪਾਂ ਚਾਹੁੰਦੇ ਆ ਵੀ ਜਿਹੜੀਆਂ ਬਾਕੀ ਇਸ ਦੇ ਵਿਰੁੱਧ ਜਿੰਨੇ ਵੀ ਮੁਲਕ ਹੈਗੇ ਆ ਪੁਤਿਨ ਦੇ, ਵੀ ਉਹ ਸਾਰੇ ਜਿਹੜੇ ਇਕੱਠੇ ਰਹਿਣ। ਸੋ ਉਹਨਾਂ ਨੇ ਇਹ ਵੀ ਕਿਹਾ, ਮੈਂ ਮੰਨਦਾ ਵੀ ਨਾਟੋ ਦੇ ਜਿਹੜੇ ਲੇਟੈਸਟ ਐਕਸ਼ਨਸ ਹੈਗੇ ਆ ਥਰਸਡੇ ਦੇ ਵਿੱਚ, ਇਹਦੇ ਨਾਲ ਰੂਸ ਨੂੰ ਆਪਣੀ ਜਿਹੜੀ ਰਣਨੀਤੀ ਆ ਜਾਂ ਜੋ ਵੀ ਉਹ ਕਰ ਰਿਹਾ ਆ, ਉਸ ਦੇ ਵਿੱਚ ਬਦਲਾਵ ਕਰਨਾ ਪਵੇਗਾ। ਸੋ ਹੁਣ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੱਲ ਇਹ ਅਨਾਉਂਸ ਕੀਤਾ ਸੀਗਾ ਵੀ 300 ਤੋਂ ਵੱਧ ਰਸ਼ੀਅਨ ਲਾਅ ਮੇਕਰਸ ਆ, ਤੇ ਦਰਜਨਾਂ ਹੀ ਜਿਹੜੇ ਕੰਪਨੀਜ਼ ਹੈਗੀਆਂ, ਸਟੇਟ ਓਨਡ ਕੰਪਨੀਜ਼ ਆ, ਉਹਨਾਂ ਨੂੰ ਉਹਨਾਂ ਨੇ ਹੋਰ ਜਿਹੜੀਆਂ ਸੈਂਕਸ਼ਨਸ ਆ ਲਾ ਦਿੱਤਾ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਰੂਸੀ ਜਿਹੜੀ ਪਾਰਲੀਮੈਂਟ ਹੈਗੀ ਆ ਉਹਦੇ 160 ਮੈਂਬਰਾਂ ਨੂੰ ਸੈਂਕਸ਼ਨ ਜਿਹੜਾ ਉਹ ਕਰ ਦਿੱਤਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਸੁਪਰੀਮ ਕੋਰਟ ਨੇ ਪੈਂਟਾਗਨ ਦੇ ਨਾਲ ਐਗਰੀ ਕਰ ਗਿਆ ਆ ਵੀ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਹੈਗੇ, ਉਹਨਾਂ ਨੂੰ ਜਿਹੜੀ ਉਹਨਾਂ ਦੀ ਡਿਪਲੋਇਮੈਂਟ ਆ ਉਸ ਨੂੰ ਲਿਮਿਟ ਕੀਤਾ ਜਾ ਸਕਦਾ ਹੈਗਾ ਆ। ਇਹ ਟੈਂਪਰੇਰੀ ਆਰਡਰ ਸੁਪਰੀਮ ਕੋਰਟ ਵੱਲੋਂ ਇਸ਼ੂ ਕੀਤਾ ਗਿਆ ਹੈਗਾ। ਪਹਿਲਾਂ ਇਸ ਤੋਂ ਲੋਅਰ ਕੋਰਟ ਨੇ 35 ਨੇਵੀ ਦੇ ਸੀਲਸ ਤੇ ਹੋਰ ਨੇਵੀ ਦੇ ਸਪੈਸ਼ਲ ਵੈਲਫੇਅਰ ਪਰਸਨਲ, ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਕਿ ਸਾਡੇ ਤੇ ਕੋਈ ਕਿਸੇ ਤਰ੍ਹਾਂ ਦੀ ਪਾਬੰਦੀ ਨਾ ਲਾਈ ਜਾਏ ਕਿ ਅਸੀਂ ਵੈਕਸੀਨੇਟਡ ਨਹੀਂ ਹੈਗੇ। ਸੋ ਜਸਟਿਸ ਥਾਮਸ, ਜਸਟਿਸ ਅਲੀਟੋ ਤੇ ਜਸਟਿਸ ਗੌਰਚਸ, ਇਹਨਾਂ ਨੇ ਡਿਸੈਂਟ ਕੀਤਾ ਆ ਪਾਰਸ਼ੀਅਲ ਸਟੇ ਦੇ ਆਰਡਰ ਦੇ ਸੰਬੰਧ ਦੇ ਵਿੱਚ। ਸੋ ਮਾਈਕ ਬੈਰੀ, ਡਾਇਰੈਕਟਰ ਆਫ ਮਿਲਟਰੀ ਅਫੇਅਰਸ ਹੈਗੇ ਫਸਟ ਲਿਬਰਟੀ ਇੰਸਟੀਚਿਊਟ ਦੇ, ਉਹ ਨੇਵੀ ਸੀਲਸ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਜੀ ਬਿਲਕੁਲ। ਉਧਰ ਇੱਕ ਹੋਰ ਵੱਖਰੇ ਜਿਹੜੇ ਕਹਿ ਸਕਦੇ ਹਾਂ ਵੀ ਇਦਾਂ ਦੇ ਹੀ ਮਾਮਲੇ ਦੇ ਵਿੱਚ ਨਿਊਯਾਰਕ ਸਿਟੀ ਨੇ ਇਹ ਹੁਣ ਆਖਿਆ ਵੀ ਜਿਹੜੇ ਉਹਨਾਂ ਨੇ ਮੁਲਾਜ਼ਮਾਂ ਨੂੰ ਕੱਢਿਆ ਸੀਗਾ ਅਨਵੈਕਸੀਨੇਟਿਡ ਰਹਿਣ ਕਰਕੇ, ਉਹਨਾਂ ਨੂੰ ਮੁੜ ਦੁਬਾਰਾ ਹਾਇਰ ਨਹੀਂ ਕਰਨਗੇ। ਸੋ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਵੈਕਸੀਨੇਸ਼ਨਸ ਦੇ ਜਿਹੜੇ ਮੈਂਡੇਟ ਆ ਤਕਰੀਬਨ ਪੂਰੇ ਮੁਲਕ ਦੇ ਵਿੱਚੋਂ ਹੁਣ ਹਟ ਚੁੱਕੇ ਨੇ। ਮਾਸਕ ਦੇ ਮੈਂਡੇਟਸ ਵੀ ਜਿਹੜੇ ਆ ਉਹ ਨਹੀਂ ਰਹਿ ਗਏ ਹੈਗੇ। ਸੋ ਇਹ ਇੱਕ ਵੱਖਰੀ ਤਰ੍ਹਾਂ ਦਾ ਨਿਊਯਾਰਕ ਸਿਟੀ ਨੇ ਫੈਸਲਾ ਜਿਹੜਾ ਉਹ ਲਿਆ ਆ, ਤੇ ਕਾਫੀ ਲੋਕ ਜਿਹੜੇ ਖਾਸ ਕਰਕੇ ਜਿਹੜੇ ਅਨਵੈਕਸੀਨੇਟਡ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ, ਉਹਨਾਂ ਨੇ ਇਸ ਚੀਜ਼ ਨੂੰ ਮਾੜਾ ਆਖਿਆ ਆ ਵੀ ਸਾਨੂੰ ਮੁੜ ਦੁਬਾਰਾ ਜੌਬ ਤੇ ਜਿਹੜਾ ਉਹ ਉਹਨਾਂ ਨੂੰ ਰੱਖ ਲੈਣਾ ਚਾਹੀਦਾ ਸੀਗਾ। ਉਧਰ ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਰਜੋਤ ਸਿੰਘ, ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਆ ਉਹਨਾਂ ਦੇ ਲਈ ਜਿਹੜੀ ਨੋਮੀਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਆ, ਉਸ ਦੇ ਬਾਬਤ ਮਿਚ ਮਕੌਨਲ ਤੇ ਜਿਹੜੇ ਹੈਗੇ ਨੇ ਲੀਡਰਸ ਹੋਰ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਇਹ ਫੈਸਲਾ ਲਿਆ ਵੀ ਉਹ ਉਹਨਾਂ ਦੀ ਸਪੋਰਟ ਨਹੀਂ ਕਰਨਗੇ। ਜੇ ਸੈਨੇਟ ਦੇ ਵਿੱਚ ਉਹਨਾਂ ਦੇ ਨਾਮ ਦੀ ਜਿਹੜੀ ਵੋਟਿੰਗ ਹੁੰਦੀ ਆ, ਜੇ ਕਮੇਟੀ ਚੋਂ ਪਾਸ ਹੋ ਕੇ ਆ ਜਾਂਦੇ ਆ, ਤਾਂ ਮਿਚ ਮਕੌਨਲ ਨੇ ਕਿਹਾ ਆ
ਵੀ ਉਹ ਇਹਨਾਂ ਦੀ ਸਪੋਰਟ ਆ ਉਹ ਨਹੀਂ ਕਰਨਗੇ। ਸੋ ਹੁਣ ਦੇਖੋ ਵੀ ਕੀ ਕੋਈ ਹੋਰ ਰਿਪਬਲਿਕਨ ਸੈਨੇਟਰ ਜਿਹੜੇ ਉਹ ਇਸ ਟਾਈਮ ਨੋਮੀਨੇਸ਼ਨ ਚੱਲ ਰਹੀ ਆ ਜੈਕਸਨ ਹੁਣਾਂ ਦੀ, ਵੀ ਕੀ ਉਹਨਾਂ ਦੀ ਸਪੋਰਟ ਕੀਤੀ ਜਾਊਗੀ ਜਾਂ ਨਹੀਂ। ਉੱਦਾਂ ਮੈਨਸ਼ਨ ਜਿਹੜੇ ਸੈਨੇਟਰ ਨੇ ਉਹਨਾਂ ਨੇ ਆਪਣੀ ਸਪੋਰਟ ਇਹਨਾਂ ਦੇ ਹੱਕ ਦੇ ਵਿੱਚ ਲੈ ਆਂਦੀ ਆ। ਜੀ, ਅਗਲੀ ਖਬਰ ਜਾਰਜੀਆ ਤੋਂ ਆ ਰਹੀ ਆ, ਜਿੱਥੇ ਇੱਕ 7 ਮਹੀਨਿਆਂ ਦੀ ਬੱਚੀ ਨੂੰ ਇੱਕ ਕੁੱਤੇ ਨੇ ਕੱਟ ਕੇ ਜਿਹੜਾ ਆ ਮਾਰ ਦਿੱਤਾ। ਬਹੁਤ ਹੀ ਜਿਹੜੀ ਆ ਇਹ ਇੱਕ ਤਰ੍ਹਾਂ ਦੇ ਨਾਲ ਖਤਰਨਾਕ ਖਬਰ ਆ ਰਹੀ ਆ, ਘਿਨਾਉਣੀ ਹਰਕਤ ਇਹ ਹੋਈ ਆ ਡੌਗ ਵੱਲੋਂ। ਸੋ ਉਹ ਈਵਨ ਉਹਦੀ ਕਹਿੰਦੇ ਗ੍ਰੈਂਡ ਮਦਰ ਵੀ ਕੋਸ਼ਿਸ਼ ਕਰ ਰਹੀ ਸੀ 7 ਮਹੀਨਿਆਂ ਦੀ ਬੱਚੀ ਨੂੰ ਇਸ ਕੁੱਤੇ ਤੋਂ ਬਚਾਉਣ ਲਈ, ਪਰ ਉਸ ਨੂੰ ਵੀ ਕੁੱਤੇ ਵੱਲੋਂ ਕਈ ਜਗ੍ਹਾ ਦੇ ਉੱਤੇ ਕੱਟਿਆ ਗਿਆ ਹੈਗਾ ਆ। WRDW ਰਿਪੋਰਟ ਦੇ ਮੁਤਾਬਕ 56 ਸਾਲਾਂ ਦੀ ਗੌਡਲੂਪੇ ਜੋ ਬੱਚੀ ਦੀ ਗ੍ਰੈਂਡ ਮਦਰ ਸੀ, ਉਹਨਾਂ ਦੋਨਾਂ ਨੂੰ ਏਜੂ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ, ਜਿੱਥੇ ਕਿ ਜਿਹੜੀ ਬੱਚੀ ਸੀ 7 ਮਹੀਨਿਆਂ ਦੀ, ਉਹਦੀ ਮੌਤ ਹੋ ਗਈ, ਪਰ ਉਹਦੀ ਜਿਹੜੀ ਦਾਦੀ ਆ ਉਹ ਹਜੇ ਬਿਲਕੁਲ ਠੀਕ ਠਾਕ ਹੈ, ਉਸ ਦਾ ਇਲਾਜ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਅਮਰੀਕਨ ਬੁਲਡੌਗ ਗ੍ਰੇਟ ਪਾਇਰੀਨਿਕਸ ਮਿਕਸ ਇਹ ਇਸ ਡੌਗ ਨੂੰ ਫੜਿਆ ਗਿਆ ਆ ਪੁਲਿਸ ਵੱਲੋਂ, ਤੇ ਉਸ ਨੂੰ ਕੁਆਰੰਟੀਨ ਵੀ ਜਿਹੜਾ ਕੀਤਾ ਗਿਆ ਬਾਕੀ ਕੁੱਤਿਆਂ ਤੋਂ ਅਲੱਗ। ਤੇ ਗੋ ਫੰਡ ਮੀ ਕੈਂਪੇਨ ਜਿਹੜੀ ਸਰੈਨਿਟੀ ਬੱਚੀ ਆ ਉਸ ਦੀ ਫੈਮਿਲੀ ਵੱਲੋਂ ਸ਼ੁਰੂ ਕੀਤੀ ਗਈ ਆ। ਜੀ, ਅੱਜ ਕੈਲੀਫੋਰਨੀਆ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਹੋਜ਼ੇ ਮੈਨੂਅਲ ਪੈਰਿਸ 30 ਸਾਲਾਂ ਦਾ ਜਿਹੜਾ ਆਕਸਨਰਡ ਦਾ ਕੋਈ ਰਹਿਣ ਵਾਲਾ ਸੀ, ਉਸ ਨੂੰ 1700 ਰੈਪਟਾਈਲਸ ਉਹਨਾਂ ਦੀ ਸਮਗਲਿੰਗ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਜਦ ਇਹ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ ਸੀਗਾ ਸੈਨ ਯੂਸਿਡਰੋ ਪੋਰਟ ਆਫ ਐਂਟਰੀ ਦੇ ਉੱਤੇ ਫਰਵਰੀ ਮਹੀਨੇ 'ਚ, ਇਹਨੇ ਆਪਣੇ ਕੱਪੜਿਆਂ ਦੇ ਵਿੱਚ 60 ਜਿਹੜੇ ਆ ਕਿਸਮ ਦੇ ਜਿਹੜੇ ਰੈਪਟਾਈਲਸ ਆ ਉਹ ਲਕਾਏ ਹੋਏ ਸੀਗੇ। ਸੋ ਬਾਰਡਰ ਪੈਟਰੋਲ ਏਜੰਟਸ ਨੇ 60 ਲਿਜ਼ਰਡਸ ਸਨੇਕਸ ਜਿਹੜੇ ਛੋਟੇ ਛੋਟੇ ਬੈਗਸ ਦੇ ਵਿੱਚ ਉਹਨੇ ਜਿਹੜੀਆਂ ਆਪਣੀ ਜੈਕਟ ਪੈਂਟ ਦੀਆਂ ਪਾਕਟ ਹੋਰ ਕਈ ਥਾਵਾਂ ਦੇ ਉੱਤੇ ਲਗਾਏ ਸੀਗੇ। ਸੋ 1700 ਕੁੱਲ ਜਿਹੜੇ ਰੈਪਟਾਈਲਸ ਆ ਉਹਨਾਂ ਨੂੰ ਸਮਗਲ ਕਰਕੇ ਅਮਰੀਕਾ 'ਚ ਉਹ ਲੈ ਕੇ ਆਉਣਾ ਚਾਹੁੰਦਾ ਸੀਗਾ। ਜਦ ਪੈਰਿਸ ਨੂੰ ਇਸ ਦੇ ਬਾਰੇ ਸਵਾਲ ਪੁੱਛੇ ਗਏ ਤਾਂ ਉਹਨੇ ਕਿਹਾ ਵੀ ਇਹ ਸਾਰੇ ਮੇਰੇ ਪੈਟ ਹੀ ਜਿਹੜੇ ਉਹ ਹੈਗੇ ਨੇ। ਸੋ ਕਹਿੰਦੇ ਵੀ ਜਨਵਰੀ 2016 ਤੋਂ ਬਾਅਦ ਦੇ ਵਿੱਚ ਪੈਰਿਸ ਤੇ ਉਸਦੀ ਭੈਣ ਜਿਹੜੀ ਆ ਹੋਰ ਵੀ ਕਈ ਜਣੇ ਇਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਗਿਆ ਸੀਗਾ ਵੀ ਵਾਈਲਡ ਲਾਈਫ ਏਦਾਂ ਉਹ ਬਾਏ ਤੇ ਸੈੱਲ ਕਰ ਰਹੇ ਸੀਗੇ US ਦੇ ਵਿੱਚ। ਸੋ ਬਹੁਤ ਸਾਰੇ ਉਹਨਾਂ ਨੇ ਮੈਕਸੀਕੋ ਤੋਂ ਇਦਾਂ ਦੇ ਰੈਪਟਾਈਲਸ ਆ ਉਹ ਲਿਆ ਕੇ ਸਮਗਲ ਕਰਨ ਦੀ ਕੋਸ਼ਿਸ਼ ਕੀਤੀ। ਅਗਲੀ ਖਬਰ ਜਾਰਜੀਆ ਤੋਂ ਕਹਿੰਦੇ ਪਈ 5 ਲੋਕਾਂ ਨੂੰ ਚਾਰਜ ਕੀਤਾ ਗਿਆ ਆ, ਜਿਹੜੇ ਕਿ ਇਲੀਗਲੀ 500 ਦੇ ਕਰੀਬ ਗਨਜ਼ ਲੈ ਕੇ ਆ ਰਹੇ ਸੀ, ਉੱਥੋਂ ਲਿਆ ਕੇ ਜਾਰਜੀਆ ਸਟੇਟ ਤੋਂ ਕੈਲੀਫੋਰਨੀਆ ਦੇ ਵਿੱਚ ਸੈਲ ਕਰਦੇ ਸੀ। ਕਹਿੰਦੇ ਵੀ 5 ਜਾਣਿਆਂ ਨੇ 500 ਤੋਂ ਵੱਧ ਗੰਨਾਂ ਨੂੰ ਜਾਰਜੀਆ ਤੋਂ ਲਿਆ ਕੇ ਕੈਲੀਫੋਰਨੀਆ ਦੇ ਵਿੱਚ ਪਿਛਲੇ 2 ਸਾਲਾਂ ਦੇ ਦੌਰਾਨ ਬਲੈਕ ਮਾਰਕੀਟ ਦੇ ਵਿੱਚ ਵੇਚਿਆ, ਤੇ 1,60,000 ਤੋਂ ਵੱਧ ਜਿਹੜੇ ਆ ਪੈਸੇ ਬਣਾਏ ਹੈਗੇ ਆ। ਸੋ ਫੈਡਰਲ ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਅਥਾਰਟੀਜ਼ ਨੇ ਸੈਕਰਾਮੈਂਟੋ ਦੇ ਵਿੱਚ ਇੱਕ ਗਨ ਰਿਕਵਰ ਕੀਤੀ, ਜਿਹੜੀ ਕਿ ਟਰੇਸ ਬੈਕ ਟੂ ਜਾਰਜੀਆ ਹੋਈ ਸੀ, ਜਿਹੜੀ ਕਿ ਇੱਕ ਕਿਸੇ ਸ਼ੂਟਿੰਗ ਦੇ ਵਿੱਚ ਇਨਵੋਲਵ ਸੀਗੀ। ਫੈਡਰਲ ਗ੍ਰਾਂਟ ਜੂਰੀ ਨੇ ਪੂਰੇ ਦਾ ਪੂਰਾ ਗਰੁੱਪ ਕੱਲ ਉਸ ਨੂੰ ਜਿਹੜਾ ਆ ਇੰਡਾਈਟ ਕੀਤਾ ਹੈਗਾ ਆ। ਇਸੇ ਤਰ੍ਹਾਂ ਉਹਨਾਂ ਨੂੰ ਕਨਸਪੀਰੇਸੀ ਟੂ ਅਨਲਾਫੁਲ ਡੀਲ ਇਨ ਫਾਇਰ ਆਰਮ ਤੇ ਅਨਲਾਫੁਲ ਡੀਲਿੰਗ ਇਨ ਫਾਇਰ ਆਰਮਸ ਦੇ ਵਿੱਚ। ਸੋ ਡਿਫੈਂਡੈਂਟ ਜਿਹੜੇ ਸੀਗੇ ਜੈਰਲ ਲਾਸਨ ਸੈਕਰਾਮੈਂਟੋ ਦੇ, ਆਇਸ਼ਾ ਹੌਗਟ ਸੈਕਰਾਮੈਂਟੋ ਦੇ, ਮਾਲਿਕ ਵਿਲੀਅਮਸ ਅਟਲਾਂਟਾ ਦੇ, ਟੈਰੈਂਸ ਫਿਲਿਪਸ ਯੂਨੀਅਨ ਸਿਟੀ ਕੈਲੀਫੋਰਨੀਆ ਦੇ, ਜੇਮਸ ਗ੍ਰੋਡਲੇ ਮੋਡੈਸਟੋ ਕੈਲੀਫੋਰਨੀਆ ਦੇ। ਸੋ ਲਾਸਨ, ਹੌਗਟ, ਵਿਲੀਅਮ, ਫਿਲਿਪ ਸਾਰਿਆਂ ਨੂੰ ਚਾਰਜ ਕੀਤਾ ਗਿਆ ਟਰਾਂਸਫਰਿੰਗ ਏ ਫਾਇਰ ਆਰਮ ਆਊਟ ਆਫ ਸਟੇਟ ਰੈਜ਼ੀਡੈਂਟ ਤੇ ਅਨਲਾਫੁਲ ਮੇਲਿੰਗ ਆਫ ਫਾਇਰ ਆਰਮ ਦੇ ਵਿੱਚ। ਜੀ, US ਦੇ ਵਿੱਚ ਕੈਲੀਫੋਰਨੀਆ 'ਚ ਜਿਹੜਾ 101 ਫਰੀਵੇ ਆ ਉਸ ਦੇ ਉੱਤੇ ਇੱਕ ਕਹਿੰਦੇ ਆ ਵੀ ਗਰਾਊਂਡ ਬ੍ਰੇਕਿੰਗ ਹੋਣ ਜਾ ਰਹੀ ਆ। ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਵਾਈਲਡ ਲਾਈਫ ਕ੍ਰਾਸਿੰਗ ਬ੍ਰਿਜ, ਜਿਸ ਦੇ ਉੱਤੋਂ ਗੱਡੀਆਂ ਵੀ ਲੰਘਦੀਆਂ ਆਪਾਂ ਦੇਖੀਆਂ ਆ, ਬੰਦੇ ਤੁਰਦੇ ਹੋਏ ਵੀ ਦੇਖੇ ਆ। ਇਹ ਸਪੈਸ਼ਲ ਵਾਈਲਡ ਲਾਈਫ ਜਾਨਵਰਾਂ ਦੇ ਲਈ
ਇੱਕ ਪਾਸੇ ਤੋਂ ਫਰੀਵੇ ਤੋਂ ਦੂਜੇ ਪਾਸੇ ਜਾਣ ਦੇ ਲਈ ਬਣਾਇਆ ਜਾਵੇਗਾ। ਕਹਿੰਦੇ ਵੀ ਇੱਦਾਂ ਦਾ ਬ੍ਰਿਜ ਕੋਈ ਨਵਾਂ ਨਹੀਂ, ਦੁਨੀਆ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਇੱਦਾਂ ਦੇ ਪੁਲ ਜਿਹੜੇ ਉਹ ਬਣਾਏ ਗਏ ਹੈਗੇ ਆ। ਇਸ ਬ੍ਰਿਜ ਬਣਾਉਣ ਦੇ ਨਾਲ ਕਹਿੰਦੇ ਵੀ ਮਾਊਂਟੇਨ ਲਾਇਨਸ ਹੋ ਗਏ, ਕਾਇਓਟੀਜ਼, ਡੀਅਰਸ, ਲਿਜ਼ਰਡ, ਸਨੇਕਸ ਤੇ ਹੋਰ ਜਿਹੜੀਆਂ ਵਾਈਲਡ ਲਾਈਫਸ ਆ ਉਹਨਾਂ ਨੂੰ ਇੱਕ ਪਾਸੇ ਮਾਊਂਟੇਨ ਤੋਂ ਦੂਜੇ ਪਾਸੇ ਜਾਣ ਦੇ ਵਿੱਚ ਮੌਕਾ ਮਿਲੇਗਾ। ਖਾਸ ਕਰਕੇ ਉਹ ਵਾਈਲਡ ਲਾਈਫ ਨੂੰ ਇੱਕ ਮੌਕਾ ਹੋਵੇਗਾ ਜਿਹੜਾ ਅਰਬਨ ਕ੍ਰੌਲ ਦੇ ਵਿੱਚ ਫਸਦੇ ਜਾ ਰਹੇ ਆ ਤੇ ਹੋਰ ਥਾਵਾਂ ਦੇ ਉੱਤੇ ਪਹੁੰਚ ਸਕਣ। ਸੈਂਟਾ ਮੋਨਿਕਾ ਮਾਊਂਟੇਨਸ ਦੇ ਵਿੱਚ ਓਪਨ ਸਪੇਸ ਦੇ ਵਿੱਚ ਉਹਨਾਂ ਨੂੰ ਪਹੁੰਚਣ ਦੇ ਲਈ ਇਹ ਮੌਕਾ ਮਿਲੇਗਾ। 200 ਫੁੱਟ ਜਿਹੜਾ ਕਹਿੰਦੇ ਆ ਵੀ ਉਹ ਹੋਵੇਗਾ ਤੇ ਹਾਈਵੇ ਦੀਆਂ ਜਿਹੜੀਆਂ 10 ਲੇਨਸ ਆ ਉਹਨਾਂ ਦੇ ਉੱਤੋਂ ਦੀ ਜਾਵੇਗਾ। ਸੋ ਇਹ ਹੁਣ ਇੱਕ ਕੁੱਲ ਜਿਹੜੀ ਇਸਦੀ 90 ਮਿਲੀਅਨ ਡਾਲਰ ਜਿਹੜੀ ਉਹ ਲਾਗਤ ਆਉਣੀ ਆ, ਜਿਸ ਦੇ ਵਿੱਚੋਂ 60% ਪ੍ਰਾਈਵੇਟ ਡੋਨੇਸ਼ਨਸ ਜਿਹੜੀਆਂ ਆ ਉਹ ਲੱਗਣਗੀਆਂ। ਵੈਲਿਸ ਐਨਨਬਰਗ ਵਾਈਲਡ ਲਾਈਫ ਕ੍ਰਾਸਿੰਗ ਇੱਕ ਫਿਲੈਂਥਰੋਪਿਸਟ ਨੇ, ਉਹ ਇਸ ਦੇ ਵਿੱਚ 25 ਮਿਲੀਅਨ ਡਾਲਰ ਦੀ ਡੋਨੇਸ਼ਨ ਦੇਣਗੇ। ਗੈਵਿਨ ਨਿਊਸਮ ਜਿਹੜੇ ਗਵਰਨਰ ਨੇ ਉਹਨਾਂ ਨੇ ਕਿਹਾ ਵੀ ਇਹ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਬੜੀ ਵਧੀਆ ਉਦਾਹਰਣ ਹੈਗੀ ਆ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜੰਗਲੀ ਜਾਨਵਰਾਂ ਨੂੰ ਨਵਾਂ ਘਰ ਜਿਹੜਾ ਉਹ ਮਿਲ ਸਕਦਾ ਆ। 2025 ਤੱਕ ਇਸ ਜਿਹੜੇ ਪੁੱਲ ਦੀ ਵਾਈਲਡ ਲਾਈਫ ਪੁੱਲ ਦੇ ਜਿਹੜੇ ਆ ਉਹ ਬਣ ਜਾਣ ਦੀ ਜਿਹੜੀ ਕਹਿੰਦੇ ਆ ਵੀ ਕੋਸ਼ਿਸ਼ ਹੋਵੇਗੀ। ਕਹਿੰਦੇ ਵੀ ਬਹੁਤਾ ਕੰਮ ਇਸ ਦੇ ਉੱਤੇ ਰਾਤ ਨੂੰ ਚੱਲੇਗਾ। ਸੋ ਸਭ ਨੂੰ ਪਤਾ ਵੀ ਸਦਰਨ ਕੈਲੀਫੋਰਨੀਆ 'ਚ ਅਦਰਵਾਈਜ਼ 101 ਦੇ ਉੱਤੇ ਕਿੰਨਾ ਟ੍ਰੈਫਿਕ ਹੁੰਦਾ ਆ। ਸੋ ਬਹੁਤਾ ਕੰਮ ਇਹ ਕਹਿੰਦੇ ਵੀ ਰਾਤ ਨੂੰ ਕੀਤਾ ਜਾਊਗਾ ਤਾਂ ਜੋ ਆਮ ਲੋਕਾਂ ਨੂੰ ਇਸ ਕੰਸਟਰਕਸ਼ਨ ਦੇ ਕਰਕੇ ਬਹੁਤੀ ਮੁਸ਼ਕਿਲਾਂ ਨਾ ਆਉਣ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਬਹੁਤ ਸਾਰੇ ਅਮਰੀਕਨਜ਼ ਇਸ ਟਾਈਮ ਖੁਸ਼ ਨਹੀਂ ਹੈਗੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਤੋਂ, ਖਾਸ ਕਰਕੇ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਇਕੋਨਮੀ ਨੂੰ ਹੈਂਡਲ ਕਰ ਰਹੇ ਹੈਗੇ। ਇਹ ਜਿਹੜੇ ਨਵੇਂ ਪੋਲ ਆ ਉਹ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਲੱਗੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਅਸਰ ਪਿਆ ਆ ਇਨਫਲੇਸ਼ਨ ਦੇ ਉੱਤੇ ਵੀ। ਆਪਾਂ ਦੇਖਿਆ ਹੀ ਆ 65% ਲੋਕ ਇਹ ਕਹਿ ਰਹੇ ਆ ਵੀ ਉਹ ਖੁਸ਼ ਨਹੀਂ ਹੈਗੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਇਕੋਨਮੀ ਨੂੰ ਹੈਂਡਲ ਕਰਨ ਤੋਂ। ਤੇ ਨੀਅਰਲੀ 2/3 66% ਦੇ ਕਰੀਬ ਅਮਰੀਕਨ ਡਿਸਅਪਰੂਵ ਕਰਦੇ ਆ ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਕਿਸ ਤਰ੍ਹਾਂ ਇਕੋਨਮੀ ਨੂੰ ਹੈਂਡਲ ਕਰ ਰਹੇ ਹੈਗੇ ਆ। ਤੇ ਆਪਾਂ ਸਵੇਰੇ ਵੀ ਇੱਕ ਸਪੈਸ਼ਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਨੰਬਰ 1 ਪੂਰੇ USA ਦੇ ਵਿੱਚ ਸਭ ਤੋਂ ਮਹਿੰਗਾ ਰੈਂਟ ਦੇ ਲਈ, ਨੰਬਰ 2 ਦੇ ਉੱਤੇ ਸੈਨੋਜ਼ੇ ਸੀ ਤੇ ਕੈਲੀਫੋਰਨੀਆ 'ਚ 3 ਸ਼ਹਿਰ ਆ ਪਹਿਲੇ 5 'ਚ ਤੇ ਫਿਰ ਲਾਸ ਐਂਜਲਸ ਸੀ ਤੇ 2 ਸ਼ਹਿਰ ਹੋਰ ਨਿਊਯਾਰਕ ਤੇ ਇੱਕ ਹੋਰ ਉਹ ਮੈਂ ਭੁੱਲ ਗਿਆ। ਸੋ ਇੰਨਾ ਜ਼ਿਆਦਾ ਮਹਿੰਗਾਈ ਆ। ਅੱਜ ਹੁਣ ਇੱਕ ਹੋਰ ਨਵੀਂ ਰਿਪੋਰਟ ਆਈ ਆ, ਕਹਿੰਦੇ ਵੀ ਜੇ ਬੇ ਏਰੀਏ ਦੇ ਵਿੱਚ ਤੁਸੀਂ ਘਰ ਖਰੀਦਣਾ ਹੈ ਤਾਂ ਘੱਟੋ ਘੱਟ ਤੁਹਾਡੀ ਤਨਖਾਹ $100 ਪਰ ਆਵਰ ਹੋਣੀ ਚਾਹੀਦੀ ਆ ਤਾਂ ਤੁਸੀਂ ਕੁਆਲੀਫਾਈ ਕਰ ਸਕਦੇ ਆ। ਜੇ ਤੁਸੀਂ ਰੈਂਟ ਤੇ ਰਹਿੰਦੇ ਆ ਤੁਹਾਡੀ ਤਨਖਾਹ $54 ਪਰ ਆਵਰ ਜਾਂ ਘੱਟੋ ਘੱਟ $1,12,000 ਦੀ ਤੁਹਾਡੀ ਇਨਕਮ ਹੋਣੀ ਚਾਹੀਦੀ ਆ ਤੋਂ 2 ਬੈਡਰੂਮ ਦੀ ਅਪਾਰਟਮੈਂਟ ਜੇ ਤੁਸੀਂ ਬੇ ਏਰੀਏ 'ਚ ਲੈਣੀ ਹੈਗੀ ਆ ਤੇ $123 ਪਰ ਆਵਰ ਦੇ ਹਿਸਾਬ ਨਾਲ ਤੁਹਾਡੀ ਤਨਖਾਹ ਚਾਹੀਦੀ ਆ ਜਾਂ 2,55,000 ਇੱਕ ਸਾਲ ਦੀ ਜੇ ਤੁਸੀਂ ਸੈਨੋਜ਼ੇ ਦੇ ਵਿੱਚ ਘਰ ਖਰੀਦਣਾ ਹੈਗਾ ਆ। ਸੋ ਐਵਰੇਜ ਕੋਸਟ ਸੈਨੋਜ਼ੇ ਦੇ ਵਿੱਚ 14,75,000 ਹੋ ਗਈ ਆ, 1.5 ਮਿਲੀਅਨ ਹੋ ਗਈ ਆ। ਸੋ ਬਹੁਤ ਹੀ ਜ਼ਿਆਦਾ ਮਹਿੰਗਾਈ ਹੋਈ ਆ ਬੇ ਏਰੀਏ ਦੇ ਵਿੱਚ। ਆਮ ਬੰਦੇ ਨੂੰ ਅਫੋਰਡ ਕਰਨਾ ਬੜਾ ਔਖਾ ਆ ਤੇ ਦੂਸਰੇ ਪਾਸੇ ਚੁੱਪ ਚਪੀਤੇ ਜਿਹੜੇ ਇੰਟਰਸਟ ਰੇਟ ਆ ਇੰਨੀ ਤੇਜ਼ੀ ਨਾਲ ਵੱਧ ਰਹੇ ਆ। ਹਜੇ ਆਪਾਂ 2-3 ਦਿਨ ਪਹਿਲਾਂ ਹੀ ਗੱਲ ਕਰਦੇ ਸੀ ਵੀ 4% ਤੇ ਪਹੁੰਚ ਗਿਆ ਤੇ ਅੱਜ CNBC ਦੇ ਮੁਤਾਬਕ ਐਵਰੇਜ ਇੰਟਰਸਟ ਰੇਟ 30 ਈਅਰ ਫਿਕਸ ਮੌਰਗੇਜ ਕਹਿੰਦੇ ਵੀ 24 ਬੇਸਿਸ ਪੁਆਇੰਟ ਉੱਪਰ ਜਾ ਕੇ 4.95 ਦੇ ਚਲਾ ਗਿਆ। ਸੋ 5% ਦੇ ਕਰੀਬ ਆਲਰੇਡੀ ਚਲਾ ਗਿਆ 30 ਈਅਰ ਦਾ ਫਿਕਸ ਰੇਟ। ਜੀ ਤੇ ਇਸ ਸਾਲ ਜਿਹੜਾ ਹਰਜੋਤ ਸਿੰਘ ਜੀ ਇਹ ਹੋਰ ਵੀ ਜ਼ਿਆਦਾ ਵਧਣ ਦੀਆਂ ਕਿਆਸ ਰਹੀਆਂ ਹੈਗੀਆਂ ਨੇ। ਅਗਲੀ ਜਿਹੜੀ ਕਰਦੇ ਜਾਈਏ ਇੱਕ ਗੱਲ, 1993 ਦੇ ਵਿੱਚ ਕੈਲੀਫੋਰਨੀਆ ਦੇ ਇੱਕ ਸ਼ਾਪ ਦੇ ਓਨਰ ਆ ਉਸ ਨੂੰ ਮਾਰ ਦਿੱਤਾ ਗਿਆ ਸੀ ਇੱਕ ਔਰਤ ਦੇ ਦੁਆਰਾ। ਇਸ ਮਾਮਲੇ ਦੇ ਵਿੱਚ ਸੈਨ ਕਾਰਲੋਸ ਦੇ ਸਿਟੀ ਦੇ ਵਿੱਚ ਰਹਿਣ ਵਾਲਾ ਸੀ, ਸ਼ੂ ਮਿੰਗ ਟੈਂਗ ਨਾਂ ਸੀਗਾ ਉਸ ਸ਼ਾਪ ਓਨਰ ਦਾ ਜਿਸ ਦਾ ਕਤਲ ਹੋਇਆ ਸੀ। ਇਸ ਮਾਮਲੇ 'ਚ ਇੱਕ ਔਰਤ ਨੂੰ ਓਕਲਾਹੋਮਾ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ 1993 ਦੇ ਕਹਿੰਦੇ ਇਸ ਇੱਕ ਕੋਲਡ ਕੇਸ ਦੇ ਵਿੱਚ
ਜਿਹੜਾ ਆ ਰਾਇਨਾ ਹਾਫਮੈਨ ਰੈਮਸ 61 ਸਾਲਾਂ ਦੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਉੱਥੋਂ ਦੀ ਸੈਨ ਮਟੇਓ ਕਾਉਂਟੀ ਸ਼ੈਰਿਫ ਆਫਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਸੋ 3 ਦਹਾਕੇ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਕਹਿ ਲਓ ਵੀ ਹਿਲਜੁਲ ਨਹੀਂ ਹੋਈ, ਪਰ ਅਚਨਚੇਤੇ ਅੱਜ ਸੈਨ ਕਾਰਲੋਸ ਦੇ ਜਿਹੜੇ ਕਾਉਂਟੀ ਦੇ ਸ਼ੈਰਿਫ ਆ ਉਹਨਾਂ ਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਉਹਨਾਂ ਦੇ ਮੇਅਰ ਨੇ ਜਿਹੜੇ ਸੈਨ ਕਾਰਲੋਸ ਦੇ ਮੇਅਰ ਆ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਸ਼ਾਪ ਓਨਰ ਸੀਗਾ ਉਹ ਆਪਣੇ ਕਮਿਊਨਿਟੀ ਦੇ ਵਿੱਚ ਕਾਫੀ ਮੰਨਿਆ ਪਰਮੰਨਿਆ ਸੀ। ਉਸ ਟਾਈਮ ਦੇ ਉੱਤੇ ਇਸ ਦੀ ਮੌਤ ਨੇ ਪੂਰੇ ਕਮਿਊਨਿਟੀ ਨੂੰ ਜਿਹੜਾ ਉਹ ਹਿਲਾ ਦਿੱਤਾ ਸੀਗਾ। ਇਸ ਦੇ ਹਥਿਆਰੇ ਨੂੰ ਅਮਰੀਕਾਜ਼ ਮੋਸਟ ਵਾਂਟਡ ਦੇ ਵਿੱਚ ਵੀ ਲੱਭਿਆ ਗਿਆ ਸੀਗਾ। 2018 ਦੀ ਵਿੱਚ ਜਦੋਂ ਇਨਵੈਸਟੀਗੇਟਰਸ ਤੇ ਐਨਾਲਿਸਟ ਦੇਖ ਰਹੇ ਸੀਗੇ ਤਾਂ ਉਦੋਂ ਉਹਨਾਂ ਨੇ ਇਹ ਸ਼ਨਾਖਤ ਕੀਤੀ ਵੀ ਜਿਹੜੀ ਹਾਫਮੈਨ ਰੈਮੋਸ ਆ ਉਹ ਉਸ ਵਕਤ ਸੈਨ ਮਟੇਓ ਦੇ ਵਿੱਚ ਰਹਿ ਰਹੀ ਸੀਗੀ ਤੇ ਉਹ ਸਸਪੈਕਟ ਸੀ। ਤੇ ਬਾਅਦ ਦੇ ਵਿੱਚ ਹੋਰ ਜਾਂਚ ਕਰਨ ਤੋਂ ਬਾਅਦ ਇਹ ਕਹਿੰਦੇ ਵੀ ਕਲੀਅਰ ਇਹਨਾਂ ਨੇ ਕੀਤਾ ਵੀ ਇਹੀ ਸੀ ਉਸ ਦੀ ਹਥਿਆਰੀ ਹੋ ਸਕਦੀ ਆ। ਸੋ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ 30 ਸਾਲਾਂ ਬਾਅਦ, 3 ਦਹਾਕਿਆਂ ਬਾਅਦ। ਜੀ, ਸੋ ਬਿਲਕੁਲ ਇਸ ਟਾਈਮ 61 ਸਾਲਾਂ ਦੀ ਇਸ ਬੀਬੀ ਦੀ ਉਮਰ ਹੈਗੀ ਆ, ਰਾਇਨਾ ਐਲਿਜ਼ਾਬੈਥ ਹਾਫਮੈਨ ਰਾਮੋਸ। ਤੇ ਅਪ੍ਰੈਲ 26 1993 ਦੇ ਵਿੱਚ ਇਸ ਨੇ ਕਤਲ ਕੀਤਾ ਸੀ। ਜੀ, ਸੈਨੋਜ਼ੇ ਦੇ ਵਿੱਚ ਹਰਜੋਤ ਸਿੰਘ ਜੀ, ਅੱਜ ਸੈਨੋਜ਼ੇ ਕਾਫੀ ਖਬਰਾਂ ਦਾ ਵਿੱਚ ਜਿਹੜਾ ਹੋ ਰਿਹਾ ਆ। ਮਾਈਕਰੋਸਾਫਟ ਆਪਣਾ ਬਹੁਤ ਵੱਡਾ ਇੱਕ ਡਾਟਾ ਸੈਂਟਰ ਕੰਪਲੈਕਸ ਆ ਨਦਰਨ ਸੈਨ ਹੋਜ਼ੇ ਦੇ ਇਲਾਕੇ ਦੇ ਵਿੱਚ ਲੈ ਕੇ ਆ ਸਕਦੀ ਆ। 2021 ਦੇ ਵਿੱਚ ਪਿਛਲੇ ਸਾਲ ਮਾਈਕਰੋਸਾਫਟ ਨੇ $78 ਮਿਲੀਅਨ ਪੇ ਕੀਤੇ ਸੀ 21 ਏਕੜ ਦੇ ਇੱਕ ਇਲਾਕੇ ਦੇ ਵਿੱਚ। ਸੈਂਟਾ ਕਲਾਰਾ ਕਾਉਂਟੀ ਪ੍ਰਾਪਰਟੀ ਰੈਕਰਡਸ ਤੋਂ ਜਿਹੜਾ ਇਹ ਪਤਾ ਲੱਗਦਾ ਆ। ਕਹਿੰਦੇ ਵੀ ਇਹ ਹਾਲ ਦੀ ਘੜੀ ਇਲਾਕਾ ਬਿਲਕੁਲ ਖਾਲੀ ਆ, ਵੇਕੈਂਟ ਲੈਂਡ ਹੈਗਾ ਆ ਤੇ ਮਾਈਕਰੋਸਾਫਟ ਸ਼ਾਇਦ ਇੱਥੇ ਆਪਣਾ ਡਾਟਾ ਸੈਂਟਰ ਬਣਾਵੇਗੀ। ਸੋ ਗੂਗਲ ਨੇ ਆਪਣਾ ਗੂਗਲ ਵਿਲੇਜ ਸੈਨ ਹੋਜ਼ੇ ਦੇ ਵਿੱਚ ਬਣਾਉਣਾ ਆ। ਮਾਈਕਰੋਸਾਫਟ ਜਿਹੜੀ ਉਹ ਇੱਥੇ ਆ ਰਹੀ ਆ। ਰਹਿਣ ਦੇ ਲਈ ਇੱਥੇ ਥਾਂ ਨਹੀਂ ਹੈਗੀ। ਮਹਿੰਗਾਈ ਨੇ ਜਿਹੜਾ ਆ ਉਹ ਜਾਨ ਕੱਢੀ ਪਈ ਆ। ਜਿੱਦਾਂ ਜਿੱਦਾਂ ਵੀ ਵੱਡੀਆਂ ਵੱਡੀਆਂ ਹੋਰ ਹਰਜੋਤ ਸਿੰਘ ਜੀ ਕੰਪਨੀਆਂ ਆਈ ਜਾ ਰਹੀਆਂ ਆ, ਆਮ ਲੋਕਾਂ ਨੂੰ ਇੱਥੋਂ ਇੱਕ ਹਿਸਾਬ ਦੇ ਨਾਲ ਖਦੇੜ ਦਿੱਤਾ ਜਾਊਗਾ। ਜੈਂਟਰੀਫਾਈਂਗ ਇੱਕ ਸ਼ਬਦ ਵਰਤਿਆ ਜਾਂਦਾ ਆ ਵੀ ਗਰੀਬ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਇੱਕ ਸ਼ਹਿਰ ਦੇ ਵਿੱਚੋਂ ਬਾਹਰ ਧੱਕ ਦਿੱਤਾ ਜਾਂਦਾ। ਨੋ ਡਾਊਟ ਜਿਹੜੇ ਚਿਰ ਦੇ ਰਹਿ ਰਹੇ ਆ, ਜਿਨ੍ਹਾਂ ਦੇ ਘਰ ਪੇਡ ਆਫ ਆ, ਉਹਨਾਂ ਦੇ ਲਈ ਇੱਕ ਵਧੀਆ ਆਪਸ਼ਨ ਜਿਹੜੀ ਉਹ ਰਹੂਗੀ। ਪਰ ਆਮ ਲੋਕਾਂ ਦੇ ਲਈ ਜਿਹੜੇ ਜੇ ਕੋਈ ਹੋਮ ਓਨਰ ਨਹੀਂ ਆ ਜਾਂ ਕੁਛ ਨਹੀਂ ਆ, ਉਹਨਾਂ ਦੇ ਲਈ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਸਾਹਮਣੇ ਆਉਣਗੀਆਂ। ਸੋ ਸੈਨੋਜ਼ੇ ਹੌਲੀ ਹੌਲੀ ਕਹਿ ਸਕਦੇ ਆ ਵੀ ਕਾਫੀ ਡੈਮੋਗ੍ਰਾਫਿਕਲੀ ਵੀ ਜਿਹੜਾ ਉਹ ਚੇਂਜ ਹੋਣ ਜਾ ਰਿਹਾ ਹੈਗਾ ਆ। ਜੀ, ਸੋ ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਡਾਓ ਜੋਨਸ ਅੱਜ ਫਿਰ ਇਸ ਵੀਕ ਤਕਰੀਬਨ ਪੂਰਾ ਹੀ ਵੀਕ ਇਹ ਤਾਂ ਦਾ ਹੀ ਰੁੱਖ ਜਿਹੜਾ ਇਸ ਨੇ ਰੱਖਿਆ। ਡਾਓ ਜੋਨਸ ਅੱਜ 153 ਪੁਆਇੰਟ ਚੜ੍ਹ ਕੇ 34,861 ਤੇ ਬੰਦ ਹੋਇਆ। S&P 23 ਪੁਆਇੰਟ ਚੜ੍ਹਿਆ 4543 ਤੇ ਬੰਦ ਹੋਇਆ। ਨੈਸਡੈਕ 23 ਪੁਆਇੰਟ ਡਿੱਗ ਕੇ 14,169 ਤੇ ਬੰਦ ਹੋਇਆ। ਸੋਨੇ ਦਾ ਭਾਅ $1957 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $112 ਪ੍ਰਤੀ ਬੈਰਲ ਤੇ ਚੱਲ ਰਹੀ ਆ। ਉਧਰ 10 ਈਅਰ ਯੀਲਡ ਜਿਉਂ-ਜਿਉਂ ਇੰਟਰਸਟ ਰੇਟ ਵੱਧ ਰਹੇ ਆ, ਇਹ ਵੀ ਤਾਂ ਨੂੰ ਗਈ ਆ 2.47% ਦੇ ਉੱਤੇ ਹੋਈ ਆ। ਉਧਰ ਬਿਟਕੋਇਨ $44,403 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ, ਇਸੇ ਤਰ੍ਹਾਂ ਰਸ਼ੀਆ ਦੀ ਸਟਾਕ ਮਾਰਕੀਟ ਪੂਰੀ ਤਰ੍ਹਾਂ ਕਹਿੰਦੇ ਕ੍ਰੈਸ਼ ਹੋਣ ਵੱਲ ਚੱਲ ਰਹੀ ਆ। ਕੱਲ ਹੀ ਉਹਨਾਂ ਨੇ ਓਪਨ ਕੀਤੀ ਸੀ, ਟ੍ਰੇਡਿੰਗ ਬਹੁਤ ਹੀ ਉਹਨਾਂ ਦੀ ਲੋ ਚੱਲ ਰਹੀ ਆ। ਤੇ $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 28 ਪੈਸੇ ਦੇ ਬਰਾਬਰ ਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਹੀ ਆ। ਜੀ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।